Good morning, student. Today we are going to discuss about hepatic encephalopathy. Hepatic encephalopathy is one of the deadly complications of liver disease, occur due to the profound liver failure and from accumulations of ammonia and other toxic metabolism in the blood. Hepatic coma is the advanced stage of hepatic encephalopathy. ਇਨਸੈਫਲੋਪੈਥੀ ਦੇ ਵਿੱਚ ਮੇਨਲੀ ਕੀ ਹੁੰਦਾ ਕਿ ਬ੍ਰੇਨ ਦੇ ਦੁਆਰਾ ਜਿਹੜੇ ਕੈਮੀਕਲ ਕੰਪੋਜੀਸ਼ਨਸ ਨੇ ਉਹਦੇ ਕਰਕੇ ਲੀਵਰ ਫੰਕਸ਼ਨਿੰਗ ਹੈ ਜਿਹੜੀ ਉਹ ਡਿਸਟਰਬ ਹੋ ਜਾਂਦੀ ਆ ਔਰ ਬ੍ਰੇਨ ਦੇ ਦੁਆਰਾ ਜਿਹੜਾ ਕਿ ਨਰਵਸ ਸਿਸਟਮ ਡਿਸਟਰਬ ਹੋਣ ਦੇ ਨਾਲ ਉਹਦਾ ਲੀਵਰ ਦੇ ਉੱਪਰ ਜਿਹੜਾ ਕੰਟਰੋਲ ਆ ਉਹ ਡਿਸਟਰੈਕਟ ਹੋ ਜਾਂਦਾ। etiology of the hepatic encephalopathy ਜਿਹਦੇ ਵਿੱਚ ਕੀ ਆ ਨਿਊਰੋਨਸ ਔਰ ਕੀ ਆ ਨਰਵਸ ਸਿਸਟਮ ਇਨਵੋਲਵਡ ਹੁੰਦਾ ਹੈ। Etiology of the hepatic encephalopathy. First one is to the triggered by a build-up of toxic into the blood stream. ਜਦੋਂ blood stream ਦੇ ਵਿੱਚ toxic develop ਹੋਣੇ ਸ਼ੁਰੂ ਹੋ ਜਾਂਦੇ ਆ ਔਰ blood ਕੀ ਆ filtration process ਆ ਜਿਹੜਾ ਉਹ reduce ਹੋ ਜਾਂਦਾ, body ਦਾ immunity process ਉਹਦੇ against ਕੰਮ ਕਰਨਾ ਸ਼ੁਰੂ ਹੋ ਜਾਂਦਾ, then ਕੀ ਆ nerves ਨੇ ਜਿਹੜੀਆਂ ਉਹ damage ਹੋ ਸਕਦੀਆਂ। Infections such as pneumonia, surrounding like the pneumonias like that कि या blood circulation impaired होने करके lungs the functioning impaired होने करके proper oxygen supply blood नहीं मिल रहा, tissue necrosis enhance हो रहा, nerve ने जड़ियाँ वो damage हो रही ने, so जिधे करके कि या encephalopathy enhance हो सकती है, means motor functioning ने जड़ियाँ nerves ने damage हो सकती हैं। नेक्स्ट आ गया किडनी प्रॉब्लम। किडनी प्रॉब्लम्स की है कि टॉक्सिक ਨੂੰ ਬਾਹਰ ਕੱਢਣਾ ਫਿਲਟਰੇਸ਼ਨ ਪ੍ਰੋਸੈਸ ਦੇ ਵਿੱਚ ਜਿਹੜੇ ਕੰਪੋਨੈਂਟ ਜਿੱਦਾਂ ਕਿ ਅਮੋਨੀਆ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਐਕਸੈਸਿਵ ਅਮਾਉਂਟ ਦੇ ਵਿੱਚ ਜਿੰਨੇ ਵੀ ਕੰਪੋਨੈਂਟਸ ਨੇ ਉਹਨਾਂ ਨੂੰ ਬੋਡੀ ਚੋਂ ਵੇਸਟੇਜ ਨੂੰ ਬਾਹਰ ਕੱਢਣਾ। ਬਟ ਜਦੋਂ ਕਿਡਨੀ ਪ੍ਰੋਬਲਮਸ ਆ ਗਈਆਂ, ਅਕਿਊਟ ਰੀਨਲ ਫੇਲਿਅਰ ਹੋ ਗਿਆ, ਪੇਸ਼ੈਂਟ ਡਾਇਲਿਸਿਸ ਤੇ ਹੈ ਜਾਂ ਕ੍ਰੋਨਿਕ ਰੀਨਲ ਫੇਲਿਅਰ ਡਿਸਆਰਡਰਸ ਨੇ, ਗਲੈਮਰੂਲਰ ਫਿਲਟ੍ਰੇਸ਼ਨ ਡਿਸੀਜ਼ ਨੇ ਜਿਹੜੀਆਂ ਉਹਨਾਂ ਦੇ ਨਾਲ ਕੀ ਹੈ ਕਿ ਜਿਹੜੇ ਟੌਕਸਿਕ ਨੇ ਉਹ ਬੋਡੀ ਦੇ ਵਿੱਚੋਂ फ्लश आउट नहीं होंगे। जो बॉडी चो टॉक्सिक है जोड़े फ्लश आउट नहीं होंगे ਉਹਦੇ ਨਾਲ ਕੀ ਹੈ ਕਿਡਨੀਜ਼ ਨੇ ਜਿਹੜੀਆਂ ਉਹ ਡੈਮੇਜ ਹੋਣ ਕਰਕੇ ਕੀ ਹੈ ਲੀਵਰ ਦੇ ਵਿੱਚ ਅਬਨੋਰਮੈਲਿਟੀ ਹੈ ਜਿਹੜੀ ਉਹ ਇਨਹੈਂਸ ਹੁੰਦੀ ਹੈ। ਨੈਕਸਟ ਆ ਗਿਆ ਡੀਹਾਈਡਰੇਸ਼ਨ। ਡੀਹਾਈਡਰੇਸ਼ਨ ਦੇ ਵਿੱਚ ਕੀ ਹੈ ਕਿ ਫਲੂਇਡ ਅਕਮੂਲੇਸ਼ਨ ਇਲੈਕਟ੍ਰੋਲਾਈਟ ਬੈਲੈਂਸ ਇਜ਼ ਐਸੈਂਸ਼ੀਅਲ ਫॉर ਟੂ ਮੇਨਟੇਨ ਦਾ ਕਾਰਡੀਅਕ ਸਰਕੂਲੇਸ਼ਨ। ਜਦੋਂ ਕਾਰਡੀਅਕ ਸਰਕੂਲੇਸ਼ਨ ਚੱਲਦਾ ਹੈ ਤਾਂ ਫਿਰ ਉਹਦੇ ਨਾਲ ਕੀ ਹੈ ਕਿ ਨਾਰਮਲੀ ਕੀ ਹੈ ਕਿ ਪਰਸਨ ਹੈ ਜਿਹੜਾ ਉਹਦਾ ਸਰਕੂਲੇਸ਼ਨ ਮੇਨਟੇਨ ਰਹਿੰਦਾ ਔਰ ਹਾਈਪੋਵੋਲਮਿਕ ਸ਼ੌਕ ਹੋਣ ਦੇ ਚਾਂਸਸ ਨਹੀਂ ਬਣਦੇ ਔਰ ਜਿਹਦੇ ਕਰਕੇ ਕੀ ਆ ਪੇਸ਼ੈਂਟਸ ਦੀ ਬੋਡੀ ਦੇ ਵਿੱਚੋਂ ਆਕਸੀਜਨ ਦੀ ਸਪਲਾਈ ਹੈ ਜਿਹੜੀ ਸਰਕੂਲੇਟ ਕਰਦੀ ਰਹਿੰਦੀ ਹੈ। ਬਟ ਜੇ ਡੀਹਾਈਡਰੇਟਡ ਹੋ ਗਿਆ ਤਾਂ ਪਰਸਨ ਦਾ ਜਿਹੜਾ ਸਰਕੂਲੇਸ਼ਨ ਆ ਉਹ ਰਿਡਿਊਸ ਹੋ ਜਾਣਾ ਔਰ ਟਿਸ਼ੂਜ਼ ਨੂੰ ਆਕਸੀਜਨ ਹੈ ਜਿਹੜੀ ਪ੍ਰੋਪਰਲੀ ਸਪਲਾਈ ਨਹੀਂ ਮਿਲਣੀ ਔਰ ਬ੍ਰੇਨ ਨੂੰ ਪ੍ਰੋਪਰਲੀ ਸਪਲਾਈ ਨਾ ਮਿਲਣ ਦੇ ਕਰਕੇ ਕੀ ਆ ਨਰਵਸ ਜਿਹੜੀ ਸਪਲਾਈ ਆ ਉਹ ਰਿਡਿਊਸ ਹੋ ਜਾਂਦੀ ਆ। नेक्स्ट वन आ गया कॉन्स्टिपेशंस। कॉन्स्टिपेशंस इज द सेकंड टाइम ਜਿਹਦੇ ਵਿੱਚ ਕੀ ਆ ਕਿ ਅਸੀਂ ਬੋਡੀ ਦੀਆਂ ਵੇਸਟੇਜ ਇੱਕ ਕਿਡਨੀ ਦੇ ਥਰੂ ਔਰ ਕੀ ਇੱਕ ਡਾਈਜੈਸਟਿਵ ਸਿਸਟਮ ਸਮਾਲ ਇੰਟੈਸਟਾਈਨਲ ਔਰ ਰੈਕਟਮ ਔਰ ਇਨਸ ਦੇ ਥਰੂ ਬੋਡੀ ਚੋਂ ਬਾਹਰ ਨਿਕਲਦੀ ਹੈ ਫੀਸਿਸ ਦੀ ਬਾਈ। ਬਟ ਜਦੋਂ ਕॉन्स्टिपेशन ਹੁੰਦੀ ਆ ਤਾਂ ਟੌਕਸਿਕ ਨੇ ਜਿਹੜੇ ਕੀ ਆ ਉਹ ਲਾਰਜ ਇੰਟੈਸਟਾਈਨਲ ਚ ਸਟੇ ਕਰਦੇ ਨੇ ਤੇ ਜਿਹੜੇ ਕੀ ਆ ਬੋਡੀ ਦੇ ਵਿੱਚ ਬੈਕਟੀਰੀਆਸ ਨੂੰ ਗਰੋ ਕਰਾਉਂਦੇ ਨੇ ਔਰ ਉਹ ਬੈਕਟੀਰੀਆ ਫਲੋ ਬੈਕ ਜਾ ਕੇ ਕੀ ਆ ਲੀਵਰਸ ਨੂੰ ਡੈਮੇਜ ਕਰਦੇ ਆ। नेक्स्ट आ गया डायबिटिक्स मेडिकेशंस जिसे किसी पेशेंट्स ने किसी भी डिसऑर्डर्स करके या हाइपरटेंशन करके मैनिटोल या डायरेक्टली पॉइजनिंग इफेक्ट या किसी चीज करके डायबिटिक्स ने ਜਿਹੜੇ ਉਹ ਫਲੋ ਦੇ ਵਿੱਚ ਚੱਲਦੇ ਨੇ। ਸੋ ਡਾਇਰੈਟਿਕ ਦੀ ਐਕਸੈਸਿਵ ਅਮਾਉਂਟ ਹੋਣ ਦੇ ਨਾਲ ਕੀ ਹੈ ਕਿ ਕਿਡਨੀ ਹੈ ਜਿਹੜਾ ਉਹਦਾ ਫਿਲਟਰੇਸ਼ਨ ਪ੍ਰੋਸੈਸ ਆ ਉਹ ਡਿਸਟਰਬ ਹੋ ਜਾਂਦਾ, ਆਸਮੈਟਿਕ ਪ੍ਰੈਸ਼ਰ ਹੈ ਜਿਹੜਾ ਉਹ ਇਨਹੈਂਸ ਹੋ ਜਾਂਦਾ, ਟ੍ਰਾਂਸਫਿਊਜ਼ਨ ਔਰ ਡਿਫਿਊਜ਼ਨ ਵਾਲਾ ਘਟ ਜਾਂਦਾ ਜਿਹਦੇ ਵਿੱਚ ਕੀ ਹੈ ਕਿ ਵਾਟਰ ਹੈ ਜਿਹੜਾ ਬੋਡੀ ਚੋਂ स्पीडली निकलता बट जो कंपोनेंट्स ने वो रह जाते हैं सो जिदे करके प्रॉपरली बॉडी दे विचों टॉक्सिक है रिमूव नहीं होता। नैक्सट आ गया हाइपोक्सिया। जो ब्रेन नूं ब्लड सप्लाई है जी रिड्यूस हो जानी है या टिशूज नूं ऑक्सीजन की सप्लाई रिड्यूस हो जानी है सो उस दे नाल जिहड़े लीवर के टिशूज ने उन्होंने डैमेज हो जाना और जिहदे नाल की है बॉडी दे विचों की है टॉक्सिक उत्थे बैक्टीरियल ग्रोथ होएगी। नेक्स्ट इज द रीसेंट सर्जरी और द ट्रॉमा। एनी कोई एब्डोमिनल सर्जरी हो रही है पेशेंट की या फिर सर्जरी के नाल की है उस सर्जरी का बोन इन्फेक्शन होने करके लीवर डैमेज हो रहा है या उससे सर्जरी के साइड इफेक्ट नाल की है कि ड्यूरिंग टू द एनेस्थीसिया पेशेंट्स का नर्व सिस्टम है जो वो डिस्टर्ब हो रहा है। नेक्स्ट आ गया सच एज मेडिकेशंस जेरिया यूज ऑफ मेडिकेशंस टू सप्रेस द इम्यून सिस्टम सच एज टू द बार्बिट्रेट्स और बेंजोडाइजेपाइन and tranquilizer that suppress the central nervous system। ਜਿਹੜੀਆਂ ਮੈਡੀਕੇਸ਼ਨਸ ਨੇ ਜਿਨ੍ਹਾਂ ਦੇ ਫਾਰਮ ਦੇ ਵਿੱਚ ਕੀ ਆ ਕਿ ਜਿਹੜੀਆਂ ਕੀ ਆ
ਨਰਵਸ ਸਿਸਟਮ ਦੇ ਸਿਸਟਮਸ ਨੂੰ ਡਿਪਰੈਸਡ ਕਰਦੀਆਂ ਨੇ। ਇਨਕਰੀਜ਼ ਪ੍ਰੋਟੀਨ ਇਨਟੇਕ, ਲੀਵਰ ਦੇ ਵਿੱਚ ਕੀ ਆ ਕਿ ਮਸਲਸ ਬਿਲਡਿੰਗ ਜ਼ਿਆਦਾ ਹੁੰਦੀ ਹੈ, ਸੋ ਜਿਹਦੇ ਕਰਕੇ ਪ੍ਰੋਟੀਨ ਕੰਪੋਨੈਂਟਸ ਜਦੋਂ ਜ਼ਿਆਦਾ ਹੋ ਜਾਂਦੇ ਨੇ ਤਾਂ ਉਹ ਲੀਵਰ ਦੇ ਵਿੱਚ ਕੀ ਆ ਟੌਕਸਿਸਿਟੀ ਨੂੰ ਇਨਹੈਂਸ ਕਰਦੇ ਆ। ਪੈਰਾਸਿੰਥੇਸਿਸ, ਜਿਹਦੇ ਵਿੱਚ ਕੀ ਆ ਕਿ ਨਰਵ ਡੈਮੇਜਿੰਗ ਹੁੰਦੀਆਂ ਨੇ। ਪੈਰਾਸਿੰਥੇਸਿਸ ਨਰਵਸ ਜਿਹੜੀਆਂ ਵਾਪਸ ਮੈਸੇਜ ਲੈ ਕੇ ਜਾਂਦੀਆਂ, ਉਹਨਾਂ ਦੇ ਵਿੱਚ ਸਵੈਲਿੰਗ ਜਾਂ ਉਹਦੇ ਵਿੱਚ ਕੀ ਆ ਪੂਅਰ ਸਰਕੂਲੇਸ਼ਨ ਹੋਣ ਕਰਕੇ ਪ੍ਰੋਪਰਲੀ ਮੈਸੇਜ ਆ ਜਿਹੜਾ ਰਿਸੀਵਡ ਨਹੀਂ ਹੋ ਰਿਹਾ। ਹਾਈਪੋਕਲੇਮੀਆ ਜਦੋਂ ਕੀ ਆ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਗਿਆ ਬੋਡੀ ਦੇ ਵਿੱਚ, ਕੀ ਆ ਜਿਹੜਾ ਪੋਟਾਸ਼ੀਅਮ ਦਾ ਲੈਵਲ ਆ ਉਹ ਡਿਕਰੀਜ਼ ਹੋ ਗਿਆ। ਪੈਥੋਫਿਜ਼ੀਓਲੋਜੀ ਆਫ ਹੈਪੈਟਿਕ ਇਨਸੈਫਲੋਪੈਥੀ, ਪੈਥੋਫਿਜ਼ੀਓਲੋਜੀ ਦੇ ਵਿੱਚ ਮੇਨਲੀ ਆ ਜਾਂਦਾ ਹੈ ਟੌਕਸਿਕ। ਜਦੋਂ ਟੌਕਸਿਕਸ ਨੇ ਬ੍ਰੇਨ ਦੇ ਵਿੱਚ ਆਏ ਆ, ਐਕਸੈਸਿਵਲੀ ਸਟ੍ਰੈਸ ਲਗਾ ਲਓ ਜਾਂ ਕੀ ਹੈ ਰਿਸੈਪਟਰਸ ਦੇ ਡਿਸਟਰਬੈਂਸ ਹੋਣ ਦੇ ਨਾਲ ਬ੍ਰੇਨਿੰਗ ਫੰਕਸ਼ਨਿੰਗ ਅਫੈਕਟਡ ਹੋ ਜਾਂਦੀ ਹੈ। ਫੇਲੀਅਰਸ ਮੈਟਾਬੋਲਿਜ਼ਮ ਪ੍ਰੋਸੈਸ ਕਿੱਥੋਂ ਸ਼ੁਰੂ ਹੁੰਦਾ, ਜਦੋਂ NH3 that is to the ammonia ਦਾ ਕੰਪੋਨੈਂਟ ਹੁੰਦਾ, ਜਿਹਦੇ ਵਿੱਚ ਕੀ ਹੈ ਨਾਈਟ੍ਰੋਜਨ ਐਂਡ ਹਾਈਡਰੋਜਨ ਦਾ ਕੰਪੋਨੈਂਟਸ ਹੁੰਦਾ। ਅਮੋਨੀਆ ਇਹ ਉਹਦਾ ਕੈਮੀਕਲ ਕੰਪੋਨੇਸ਼ਨ ਹੈ NH3। ਜਦੋਂ ਬਾਡੀ ਦੇ ਵਿੱਚ ਅਮੋਨੀਆ ਵਧਣ ਲੱਗ ਗਿਆ ਤਾਂ ਉਹਨੇ ਨਰਵਸ ਸਿਸਟਮ ਦੇ ਉੱਪਰ ਜਾ ਕੇ ਕੀ ਆ ਫੰਕਸ਼ਨਿੰਗ ਨੂੰ ਇਫੈਕਟ ਕਰ ਦੇਣਾ। ਔਰ ਨੈਕਸਟ ਵਨ ਹੈ ਕਿ ਕਪਿਲਰੀ ਫੰਕਸ਼ਨਿੰਗ, ਆਕਸੀਨੇਟਡ ਐਂਡ ਡੀਆਕਸੀਨੇਟਡ ਬਲੱਡ ਜਦੋਂ ਗੈਸਸ ਐਕਸਚੇਂਜ ਹੁੰਦੀਆਂ ਨੇ ਡਿਊਰਿੰਗ ਟੂ ਦਾ ਐਨੀ ਰੈਸਪੀਰੇਟਰੀ ਡਿਸਆਰਡਰ ਲਾਈਕ ਐਜ਼ ਨਿਮੋਨੀਆ। ਸੋ ਪੇਸ਼ੈਂਟ ਦੇ ਵਿੱਚ ਕੀ ਆ ਆਕਸੀਨੇਟਡ ਐਂਡ ਡੀਆਕਸੀਨੇਟਡ ਬਲੱਡ ਸਰਕੂਲੇਸ਼ਨ ਹੈ ਜਿਹੜਾ ਅੰਪੇਅਰਡ ਹੋ ਜਾਊਗਾ, ਸਰਕੂਲੇਸ਼ਨ 'ਚ ਆਕਸੀਜਨ ਦੀ ਡਿਮਾਂਡ ਘੱਟ ਜੂਗੀ, ਪੇਸ਼ੈਂਟ ਨੂੰ ਹਾਈਪੋਕਸੀਆ ਹੋਏਗਾ ਔਰ ਲੀਵਰ ਦੇ ਵਿੱਚ ਕੀ ਆ ਫੰਕਸ਼ਨਿੰਗ ਹੈ ਡੈਮੇਜ ਹੋ ਸਕਦੀ ਹੈ। ਪੈਥੋਫਿਜ਼ੀਓਲੋਜੀ ਫਸਟ ਵਨਸ ਟੂ ਦਾ ਡੈਮੇਜ ਲੀਵਰ ਸੈਲ, ਫੇਲਿਅਰ ਟੂ ਡਿਟੌਕਸੀਫਾਈ ਐਂਡ ਕਨਵਰਟ ਯੂਰੀਆ। ਹੁਣ ਕੀ ਹੈ ਕਿ ਲੀਵਰ ਨੇ ਉਸ ਚੀਜ਼ ਨੂੰ ਕਨਵਰਟ ਨਹੀਂ ਕਰ ਪਾਉਣਾ, ਕੰਪੋਨੈਂਟ ਐਂਜ਼ਾਈਮ ਨੇ ਜਿਹੜੇ ਉਹ ਪ੍ਰੋਪਰਲੀ ਡਿਵੈਲਪ ਨਹੀਂ ਹੋਣੇ। Ammonia constantly enter into the bloodstream and GI absorption and kidney and to the muscle cell। ਹੁਣ ਅਮੀਨੀਆ ਦੀ ਕੰਪੋਨੈਂਟ ਹੈ ਜਿਹੜੀ ਉਹ ਬਲੱਡ ਦੇ ਵਿੱਚ ਵੱਧ ਗਈ ਹੈ, ਜਦੋਂ ਬਲੱਡ ਦੇ ਵਿੱਚ ਵਧੂਗੀ ਤਾਂ ਉਹ ਕੀ ਹੈ ਸਰਕੂਲੇਟ ਕਰੂਗਾ ਬੋਡੀ ਦੇ ਵਿੱਚ, ਡਾਈਜੈਸਟਿਵ ਸਿਸਟਮ, ਕਿਡਨੀ ਦੇ ਵਿੱਚ ਤੇ ਮਸਲਸ ਦੇ ਵਿੱਚ। ਜਦੋਂ ਕਿਡਨੀ ਦੇ ਵਿੱਚ ਜਾਊਗਾ ਤਾਂ ਉਹ ਕਿਡਨੀ ਫੰਕਸ਼ਨਿੰਗ ਨੂੰ ਅੰਪੇਅਰਡ ਕਰੂਗਾ। ਇਨਕਰੀਜ਼ ਦਾ ਅਮੋਨੀਆ ਕੰਸੈਂਟ੍ਰੇਸ਼ਨ ਇਨ ਦਾ ਬਲੱਡ, ਹੁਣ ਬਲੱਡ ਦੇ ਵਿੱਚ ਉਹਦੀ ਕੰਸੈਂਟ੍ਰੇਸ਼ਨ ਹਾਇਰ ਹੋ ਰਹੀ ਹੈ, ਥਿਕ ਹੋ ਰਹੀ ਆ। ਬ੍ਰੇਨ ਫੰਕਸ਼ਨਿੰਗ ਐਂਡ ਡੈਮੇਜਿੰਗ, ਹੁਣ ਇਹਦੇ ਵਿੱਚ ਕੀ ਹੈ ਜਦੋਂ ਅਮੋਨੀਆ ਸਰਕੂਲੇਟ ਕਰਕੇ ਬ੍ਰੇਨ ਬਲੱਡ ਦੇ ਦੁਆਰਾ ਬ੍ਰੇਨ ਕੰਪੋਨੈਂਟ 'ਚ ਜਾਏਗਾ ਤਾਂ ਉਸ ਨੂੰ ਉਹ ਡੈਮੇਜ ਕਰੇਗਾ। ਫਿਰ ਕੀ ਹੈ ਜਦੋਂ ਬ੍ਰੇਨ ਡੈਮੇਜ ਹੋ ਗਿਆ ਤਾਂ ਨਰਵਸ ਸਿਸਟਮ ਨੇ ਜਿਹੜੀ ਕੀ ਆ ਲੀਵਰ ਨੂੰ ਸਪਲਾਈ ਬੰਦ ਕਰ ਦੇਣੀ ਹੈ, ਜਿਹਦੇ ਕਰਕੇ ਕੀ ਹੈ ਜਿਹੜਾ ਲੀਵਰ ਉਹ ਡੈਮੇਜ ਹੋਏਗਾ। ਪਿੱਛੋਂ ਨਰਵ ਸਪਲਾਈ ਨਾ ਹੋਣ ਕਰਕੇ ਬ੍ਰੇਨ ਦੇ ਦੁਆਰਾ ਰਿਸੈਪਟਰਸ ਨਾ ਪ੍ਰੋਡਿਊਸ ਹੋਣ ਕਰਕੇ ਲੀਵਰ ਹੈ ਜਿਹੜਾ ਉਹ ਨਾਰਮਲ ਫੰਕਸ਼ਨ ਨਹੀਂ ਕਰੂਗਾ, ਆਪਣੇ ਨਾਰਮਲ ਐਂਜ਼ਾਈਮ ਦੀ ਪ੍ਰੋਡਕਸ਼ਨ ਨਹੀਂ ਕਰੂਗਾ, ਜਿਹਦੇ ਕਰਕੇ ਕੀ ਆ ਹੈਪੈਟਿਕ ਇਨਸੈਫਲੋਪੈਥੀ ਹੋਏਗੀ। ਕਲੀਨਿਕਲ ਮੈਨੀਫੈਸਟੇਸ਼ਨਸ ਆਫ ਟੂ ਦਾ ਹੈਪੈਟਿਕ ਇਨਸੈਫਲੋਪੈਥੀ, ਮਾਈਨਰ ਮੈਂਟਲ ਚੇਂਜਸ, ਜਦੋਂ ਪੇਸ਼ੈਂਟਸ ਦੇ ਵਿੱਚ ਕੀ ਆ ਟੌਕਸਿਸਿਟੀ ਇਨਹੈਂਸ ਹੋ ਜਾਣੀ ਆ, ਅਮੋਨੀਆ ਬ੍ਰੇਨ ਦੇ ਵਿੱਚ ਇਨਹੈਂਸ ਹੋ ਜਾਣਾ ਤਾਂ ਪੇਸ਼ੈਂਟਸ ਦਾ ਕੰਸੈਂਟ੍ਰੇਸ਼ਨ ਲੈਵਲ ਆ ਜਿਹੜਾ ਉਹ ਡਿਸਟਰੈਕਟ ਹੋ ਜਾਣਾ। ਮੀਨਸ ਕੀ ਆ ਕਿ ਪੇਸ਼ੈਂਟਸ ਦੀ ਕੰਸੈਂਟ੍ਰੇਟ ਨਹੀਂ ਕਰ ਸਕੇਗਾ, ਓਰੀਐਂਟਡ ਨਹੀਂ ਹੁੰਦਾ ਹੈ, ਪੇਸ਼ੈਂਟਸ ਫੋਰਗੇਟੇਬਲ ਹੋ ਜਾਂਦਾ ਹੈ, ਉਹ ਭੁੱਲ ਜਾਂਦਾ ਹੈ ਚੀਜ਼ਾਂ ਨੂੰ, ਉਸ ਪ੍ਰੋਸੈਸ ਨੂੰ। ਸੋ ਇਹਦੇ ਵਿੱਚ ਕੀ ਹੈ ਕਿ ਮਾਈਨਰ ਮੈਂਟਲ ਚੇਂਜਸ ਨੇ ਜਿਹੜੀਆਂ ਉਹਦੀਆਂ ਆ ਜਾਂਦੀਆਂ ਨੇ। ਮੋਟਰ ਡਿਸਟਰਬੈਂਸ ਹੋਊਗਾ, ਪੇਸ਼ੈਂਟਸ ਦੇ ਵਿੱਚ ਮੋਟਰ ਹੁੰਦੀਆਂ ਕਿ ਜਿਹੜੀਆਂ ਬੋਡੀ ਦੇ ਵਿੱਚ ਐਕਟ ਕਰਦੀਆਂ ਮਸਲਸ ਫੰਕਸ਼ਨਿੰਗ ਹੁੰਦੀਆਂ ਨੇ, ਉਹ ਮਸਲਸ ਐਕਟੀਵਿਟੀ ਹੈ ਜਿਹੜੀ ਉਹ ਰਿਡਿਊਸ ਹੋ ਜਾਂਦੀ ਹੈ ਜਦੋਂ ਪੇਸ਼ੈਂਟਸ ਦੇ ਵਿੱਚ ਇਨਸੈਫਲੋਪੈਥੀ ਆ ਜਾਂਦੀ ਹੈ। ਲੀਵਰ ਵਾਲੇ ਪੇਸ਼ੈਂਟਸ ਦੇ ਵਿੱਚ ਜਾਂ ਸਰੋਸਿਸ ਆਫ ਲੀਵਰ ਦੇ ਵਿੱਚ ਪੇਸ਼ੈਂਟ ਨੂੰ ਜਦੋਂ ਇਨਸੈਫਲੋਪੈਥੀ ਹੋਣ ਦੇ ਚਾਂਸਸ ਹੁੰਦੇ ਆ, ਸੋ ਉਸ ਫਾਰਮ ਦੇ ਵਿੱਚ ਪੇਸ਼ੈਂਟ ਕੀ ਹੈ ਆਪਣਾ ਕੋਈ ਵੀ ਫਾਰਮ ਦੇ ਵਿੱਚ ਡਾਇਗ੍ਰਾਮ ਜਾਂ ਪਿਕਚਰ ਸੋ ਨਹੀਂ ਕਰ ਸਕਦਾ। ਔਰ ਇਹਦੇ ਵਿੱਚ ਕੀ ਆ ਕਿ ਪੇਸ਼ੈਂਟਸ ਨੂੰ ਡਰਾਈਵਿੰਗ ਅਸੀਂ ਮੋਸਟਲੀ ਪ੍ਰੋਹਿਬਿਟਡ ਕਰਦੇ ਹਾਂ ਕਿਉਂਕਿ ਪੇਸ਼ੈਂਟ ਹੈ ਜਿਹੜਾ ਉਹ ਕੰਸੈਂਟਰੇਟ ਨਹੀਂ ਕਰ ਪਾਉਂਦਾ। ਕਨਫਿਊਜ਼ਡ ਐਕਸਪੀਰੀਅੰਸ ਅਲਟਰੇਸ਼ਨ ਇਨ ਮੂਡ, ਪੇਸ਼ੈਂਟ ਦਾ ਮੂਡ ਬਿਹੇਵੀਅਰ ਚੇਂਜਸ ਆਉਂਦੇ ਨੇ, ਐਗਰੈਸਿਵ ਮੂਡ ਹੋ ਜਾਂਦਾ, ਪੇਸ਼ੈਂਟਸ ਕੀ ਹੈ ਭੁੱਲਣ ਲੱਗ ਜਾਂਦਾ ਹੈ, ਕਨਫਿਊਜ਼ਡ ਰਹਿੰਦਾ ਆਲਵੇਰੀ। ਸੋ ਇਹਦੇ ਕਰਕੇ ਕੀ ਹੈ ਐਨਸੈਫਲੋਪੈਥੀ ਡੈਮੇਜਿੰਗ ਕਰਦੀ ਆ। ਅਲਟਰ ਸਲੀਪ ਪੈਟਰਨ ਇਨ ਇਨਸੋਮਨੀਆ, ਪੇਸ਼ੈਂਟਸ ਦੀ ਡਿਸਟਰਬੈਂਸ ਇਨ ਸਲੀਪਿੰਗ ਹੁੰਦਾ। ਸਟ੍ਰੈਕਸਿਸ ਕੀ ਹੁੰਦਾ ਫਲੈਪਿੰਗ ਟ੍ਰੈਮਰਸ ਆਫ ਦਾ ਹੈਂਡ, ਇਹਦੇ ਵਿੱਚ ਕੀ ਹੁੰਦਾ ਕਿ ਇੱਕ ਮੋਟਰ ਫੰਕਸ਼ਨਿੰਗ ਡਿਸਟਰਬੈਂਸ ਹੁੰਦੀ ਹੈ ਜਿਹਦੇ ਵਿੱਚ ਹੈਂਡਸ ਦੇ ਵਿੱਚ ਜਰਕਿੰਗ ਮੂਵਮੈਂਟਸ ਆਉਂਦੀਆਂ। ਬਟ ਨਾਰਮਲੀ ਕੀ ਹੈ ਕਿ ਹੈਂਡ ਹੈ ਜਿਹੜਾ ਉਹ ਡਾਊਨਵਰਡ ਨੂੰ ਹੁੰਦਾ ਹੈ, ਬਟ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਹੈਂਡ ਹੈ ਜਿਹੜਾ ਅਪਵਰਡ ਆਫ ਦਾ ਰਿਸਟ ਹੋ ਜਾਂਦਾ ਹੈ ਔਰ ਟਵਿਸਟਿੰਗ ਹੋ ਜਾਂਦੀ ਹੈ ਮਸਲਸ ਦੇ ਵਿੱਚ। ਜਿਸ ਇਨ ਦਾ ਹੈਂਡ ਰਾਈਟਿੰਗ, ਪੇਸ਼ੈਂਟ ਦੀ ਕੰਸੈਂਟ੍ਰੇਸ਼ਨ ਡਿਸਟਰਬ ਹੋ ਰਹੀ ਹੈ, ਸੋ ਇਸ ਕਰਕੇ ਪੇਸ਼ੈਂਟ ਕੀ ਉਸ ਚੀਜ਼ ਤੇ ਫੋਕਸ ਨਹੀਂ ਕਰ ਰਿਹਾ, ਉਹਦੀ ਹੈਂਡ ਰਾਈਟਿੰਗ ਹੈ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਫਿਟ ਔਰ hepatitis, that is the characteristic of the breath order is to the freshly moved grass, cetoin and old wine। ਪੇਸ਼ੈਂਟ ਦੇ ਮੂੰਹ ਚੋਂ ਜਿਹੜੀ ਕੀ ਹੈ ਆਪਾਂ ਕਹਿੰਦੇ ਆ ਕਿ ਬੈਡ ਆਰਡਰਸ ਨੇ ਜਿਹੜੀਆਂ ਉਹ ਆਉਂਦੀਆਂ ਨੇ ਲਾਈਕ ਐਜ਼ ਦਾ ਗ੍ਰਾਸਿੰਗ ਫਾਰਮ ਦੇ ਵਿੱਚ ਜਾਂ ਵਾਈਨਸ ਫਾਰਮ ਦੇ ਵਿੱਚ।
Disoriented patient with the respect to time and place. Patients properly time and place ਦੇ ਵਿੱਚ ਕੀ ਆ disoriented ਰਹਿੰਦਾ। Coma, seizure, severe personality changes ਨੇ ਜਿਹੜੀਆਂ ਉਹ patients ਦੇ ਵਿੱਚ disorders ਨੇ ਜਿਹੜੇ ਉਹ develop ਹੋ ਸਕਦੇ ਆ। Diagnostic tests for hepatic encephalopathy. Diagnostic test ਦੇ ਵਿੱਚ ਕੀ ਹੈ blood test ਦੇ ਵਿੱਚ a CBC may be used to check the RBC, white blood cell, platelets and count on the indications of blood loss or a lack of the oxygen. Blood test is a ABCS analysis ਹੁੰਦੀ ਹੈ patients ਦੇ properly blood gases change ਹੁੰਦੇ ਆ RBC ਦੀ components ਹੁੰਦੀ ਆ ਜਿਹਦੇ ਨਾਲ ਪਤਾ ਲੱਗਦਾ ਹੈ ਕਿ patients ਦੇ blood chemistry properly observe ਕਰਾਂਗੇ ਕਿ ammonia levels ਕਿੰਨਾ ਔਰ ਹੋਰ ਜਿਹੜੇ electrolyte balance ਨੇ ਉਹ ਕਿੰਨਾ disturb ਹੋ ਗਿਆ। Blood test may also be used to check the sodium, potassium and ammonia level into your blood. Having too much of these substances in the blood is a sign of impaired liver functioning. Imaging test. An imaging test such as the head CT scan means कि head ਦੀ patient ਦੀ ਅਸੀਂ CT scan ਕਰਦੇ ਹਾਂ ਜਿਹਦੇ ਵਿੱਚ ਕੀ ਆ ਉਹਦੇ nerve damaging और brain ਦੇ ਵਿੱਚ accumulations of the ammonia ਦੀ assessment ਹੁੰਦੀ ਆ nerve blockage ਦੀ assessment ਹੁੰਦੀ ਆ MRI ਕੀ ਆ ਅਸੀਂ colored visions ਲਈ ਕਰਾਂਗੇ can check for bleeding in your head and abnormality in the brain. Liver functioning testing normal enzyme the production, normal enzyme the level and increasing in enzyme indicates stress on the liver or liver damage. Next one is to the medical management of hepatic encephalopathy. First one, medical management, identify and treat the precipitating causes means ਕੀ ਹੈ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ etiological form ਦੇ ਵਿੱਚ ਅਸੀਂ ਦੇਖਦੇ ਹਾਂ what are the causes and risk factor, find out the causes. GI bleeding, increasing dietary protein constipation, infection, central nervous system, depressant, drugs and dehydrations. फाइंड आउट करना है कि पेशेंट ਇਹਨਾਂ ਦੇ ਵਿੱਚੋਂ ਕਿਹੜੇ ਚੀਜ਼ ਤੇ ਹੈ ਜੇ ਪੇਸ਼ੈਂਟ ਡਿਪਰੈਸ਼ਨ ਡਰੱਗਸ ਲੈ ਰਿਹਾ ਹੈ ਤੇ ਉਸ ਤੋਂ ਬਾਅਦ ਚੋਂ ਕਿ ਅਸੀਂ ਉਸ ਨੂੰ ਸਾਈਡ ਬਾਈ ਸਾਈਡ ਟ੍ਰੀਟਮੈਂਟ ਕਰਾਂਗੇ ਤਾਂ ਉਹਨੇ ਉਨਾ ਹੀ ਇਫੈਕਟ ਪਾਈ ਜਾਣਾ ਸੋ ਫਰਸਟ ਫਾਰਮ ਦੇ ਵਿੱਚ ਪੇਸ਼ੈਂਟ ਨੂੰ ਕੁਇਟ ਕਰਨੀਆਂ ਪੈਣਗੀਆਂ ਜਿਹੜੀਆਂ ਮੈਡੀਕੇਸ਼ਨਸ ਨੇ ਉਹਨਾਂ ਨੂੰ ਅਲਟਰਨੇਟਿਵ ਫਾਰਮ ਦੇ ਵਿੱਚ ਅਸੀਂ ਚੇਂਜ ਕਰ ਲਵਾਂਗੇ GI bleeding and increasing protein intake may lead to increasing the bacteria formations of the nitrogenous compound that include to the encephalopathy. ਹੁਣ ਜੇ patients protein ਦੀ amount ਨੂੰ enhance ਕਰ ਰਿਹਾ ਤਾਂ ਉਹਦੇ nitrogenous ਦੇ compound ਨੂੰ enhance ਕਰ ਦੇਣਾ ਜਿਹਦੇ ਨਾਲ encephalopathy ਹੈ ਜਿਹੜੀ ਉਹ enhance ਹੀ ਹੋਣੀ ਹੈ। Next आ गया reduce nitrogenous waste ammonia in the blood and bacteria in the colon. Neomycin and lactulose are given to reduce the bacterial into the intestinal tract because it is not absorbed into the circulations. Neomycin extract a powerful effect on the intestinal bacteria that are responsible for ammonia products. ਜਿਹੜੇ ਕੀ ਆ ammonia products ਨੇ ਜਾਂ bacterial form ਦੇ ਵਿੱਚ ਉਹ enhance ਕਰਨਗੇ intestinal ਦੇ ਵਿੱਚ ਜਿੰਨਾ ਚਿਰ ਜਿਹੜਾ stool ਹੈ ਜਾਂ feces ਹੈ ਉਹ ਉਹਨਾਂ ਚਿਰ retain ਕਰੇਗਾ ਤਾਂ ਉੱਥੇ bacterial growth ਹੋਏਗੀ bacterial growth toxicity ਨੂੰ enhance ਕਰੇਗੀ toxicity circulate ਕਰਕੇ ਫਿਰ ਕੀ ਆ encephalopathy ਨੂੰ enhance ਕਰੇਗਾ। Maintain fluid volume balance. With the accumulations of fluid in the abdominal area, it's called ascites, bleeding and decreasing fluid intake, the client may experience a fluid volume defect. This defect, along with electrolyte imbalance that may occur, should be corrected. IV fluids are administered. Carefully monitor the quality and rate of the administrations. The dose calculations formula is essential for the IV fluid. If fluids administered is less according to the requirement, then patient may have imbalance of electrolyte imbalance and suffering with the hypovolemic shock. On the other hand, if IV fluid administered is excessively administered as the body requirement, that is means overloaded cardiac pressure and overloaded circulations may lead the cardiac arrest or heart attack. Nursing diagnosis and hepatic encephalopathy. Nursing diagnosis.
infective therapeutic regimen management and infective family therapeutic regimen management related to the reduction in protein in the diet and a long-term pharmacologic intervention with neomycin. Next, affect fluid volume related to bleeding, decrease intake and ascites. Third one, risk for injury related to loss of protective mechanisms contrary to hepatic coma. Nursing interventions according to the nursing diagnosis. Nursing interventions promote low protein diet. First, eliminate the causes of the disease. ਜਿਹੜੇ causes ਬਣਦੇ ਨੇ ਉਹਨਾਂ ਨੂੰ eliminate ਕਰਨਾ, like that patients ਦੀ diet ਦੇ ਵਿੱਚ protein ਜ਼ਿਆਦਾ intake ਹੈ ਤਾਂ protein diet ਨੂੰ ਕੀ ਆ promote ਕਰਨਾ ਕਿ patients ਨੇ low diet protein provide ਕਰਵਾਉਣੀ ਆ, so ਜਿਹਦੇ ਕਰਕੇ ਕੀ ਆ components ਨੇ ਜਿਹੜੇ ਉਹ imbalance ਨਾ ਹੋਣ. Second one is to the monitor for the GI hemorrhage. पेशेंट्स ਨੂੰ ਕੀ ਐਡਵਾਈਸ ਕਰਨਾ ਹੈ ਕਿ ਪੇਸ਼ੈਂਟਸ ਨੇ ਨਾਰਮਲੀ ਆਪਣਾ ਫਾਲੋ ਅਪ ਟ੍ਰੀਟਮੈਂਟ ਲੈਣਾ ਜਿਹੜੇ ਰੀਜ਼ਨਸ ਦੇ ਕਰਕੇ ਜੀਆਈ ਹੈਮੋਰੇਜਿਕ ਹੋ ਰਹੀ ਹੈ ਪੇਸ਼ੈਂਟਸ ਨੂੰ ਲਾਈਕ ਦੈਟ ਕੀ ਆ ਕਿ ਕਨਸਟੀਪੇਸ਼ਨਸ ਕਰਕੇ ਉਹਦੇ ਉੱਤੇ ਪ੍ਰੈਸ਼ਰਾਈਜ਼ਡ ਹੋ ਰਿਹਾ ਹੈ ਟੋਟਲ ਹਾਈਪੋਟੈਂਸ਼ਨਸ ਕਰਕੇ ਪ੍ਰੈਸ਼ਰਾਈਜ਼ਡ ਹੋ ਰਿਹਾ ਹੈ ਜਾਂ ਫਿਰ ਕੀ ਹੈ ਕਿ ਪੇਸ਼ੈਂਟਸ ਦੇ ਜੀਆਈ ਬਲੀਡਿੰਗ ਦੇ ਵਿੱਚ ਕੀ ਹੈ ਵਿਗਸ ਅਬਨੋਰਮੈਲਿਟੀ ਹੈ ਸੋ ਉਸੇ ਫਾਰਮ ਦੇ ਵਿੱਚ ਪੇਸ਼ੈਂਟਸ ਨੇ ਉਸ ਨੂੰ ਕੰਟਰੋਲ ਕਰਨਾ encourage the bowel cleaning हर पेशेंट्स ਨੂੰ ਕੀ ਹੈ ਲਿਗਜ਼ੇਟਿਵ ਦੇਣੇ ਨੇ ਤਾਂ ਪੇਸ਼ੈਂਟਸ ਨੂੰ ਐਡਵਾਈਸ ਕੀ ਕਰਨਾ ਹੈ ਕਿ frequently small meal but amount of meal ਹੈ ਜਿਹੜੀ ਉਹ reduce ਕਰ ਦੇਵੇ but frequently ਜਿਹੜੀ meal ਦਾ timing ਹੈ ਉਸ ਨੂੰ extend ਕਰ ਦੇਵੇ 4 to 5 time ਉਹ day ਦੇ ਵਿੱਚ ਲੈ ਸਕਦਾ ਔਰ ਜਿਹੜੀ ਡਾਈਟ ਹੈ ਉਹਦੇ ਵਿੱਚ ਫਾਈਬਰ ਨੂੰ ਇਨਹੈਂਸ ਕਰ ਸਕਦਾ ਸੋ ਜਿਹਦੇ ਨਾਲ ਕੀ ਉਹਦੀ ਬੋਬਲਸ ਦੀ ਜਿਹੜੀ ਟੌਕਸਿਸਿਟੀ ਹੈ ਉਸ ਨੂੰ ਰਿਡਿਊਸ ਕੀਤਾ ਜਾ ਸਕਦਾ ਕਨਸਟੀਪੇਸ਼ਨ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਇਨਟੇਕ ਹੈ ਜਿਹੜਾ ਉਸ ਨੂੰ ਮੇਨਟੇਨ ਕੀਤਾ ਜਾ ਸਕਦਾ ਮੇਨਟੇਨ ਇਨਟੇਕ ਐਂਡ ਆਊਟਪੁੱਟ ਬੈਲੈਂਸ ਪੇਸ਼ੈਂਟਸ ਨੂੰ ਅਸੀਂ ਓਰਲੀ ਇਨਟੇਕ ਕਿੰਨਾ ਲੈ ਰਹੇ ਆ ਜੇ ਐਕਸੈਸਿਵਲੀ ਅਮਾਉਂਟ ਦੇ ਵਿੱਚ ਇਨਟੇਕ ਹੋ ਰਿਹਾ ਤਾਂ ਉਹ ਸਾਈਟਸ ਨੂੰ ਪ੍ਰਮੋਟ ਕਰੇਗਾ ਔਰ ਜੇ ਇਨਟੇਕ ਹੈ ਜਿਹੜਾ ਉਹ ਰਿਡਿਊਸ ਹੋ ਰਿਹਾ ਤਾਂ ਉਹ ਹਾਈਪੋਵੋਲਮਿਕ ਸ਼ੌਕ ਨੂੰ ਇਨਹੈਂਸ ਕਰੇਗਾ ਸੋ ਇਸ ਕਰਕੇ ਪੇਸ਼ੈਂਟਸ ਨੇ ਇਨਟੇਕ ਐਂਡ ਆਊਟਪੁੱਟ ਮੇਨਟੇਨ ਕਰਨਾ ਨਾਰਮਲੀ ਹੈਲਦੀ ਪਰਸਨਸ ਦੇ ਬਿਹਾਫ ਤੇ ਅਸੀਂ ਕੀ ਕਹਿੰਦੇ ਆ 8 to 10 ਗਲਾਸਸ ਨੇ ਜਿਹੜੇ ਉਹ ਇਨਟੇਕ ਆਫ ਵਾਟਰ ਹੈ ਜਿਹੜੀ ਉਹਨੇ ਰੂਟੀਨ ਰੱਖਣੀ ਹੈ ਮੇਨਟੇਨ ਪੇਸ਼ੈਂਟ 에ਅਰਵੇ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਰੈਸਪੀਰੇਟਰੀ ਪ੍ਰੋਬਲਮਸ ਨੇ ਨਿਊਮੋਨੀਆ ਹੋਣ ਦੇ ਨਾਲ ਪੇਸ਼ੈਂਟਸ ਨੂੰ ਡਿਸਟਰਬੈਂਸ ਹੋ ਸਕਦੀ ਹੈ ਸੋ ਪੇਸ਼ੈਂਟਸ ਨੂੰ ਐਡਵਾਈਸ ਕਰਨਾ ਟੂ ਮੇਨਟੇਨ ਅ ਨਾਰਮਲ 에ਅਰਵੇ and the second is to the prevent infection ਕਿਸੇ ਵੀ ਫਾਰਮ ਦੇ ਵਿੱਚ ਪੇਸ਼ੈਂਟਸ ਨੇ ਇਨਫੈਕਸ਼ਨਸ ਨੂੰ ਪ੍ਰੀਵੈਂਟ ਕਰਨਾ ਲਾਈਫਸਟਾਈਲ ਨੂੰ ਚੇਂਜ ਕਰਨਾ ਜਿਵੇਂ ਇਨ ਥੀਸ ਡੇਜ਼ ਕੀ ਆ ਅਸੀਂ ਕਰੋਨਾ ਨੂੰ ਪ੍ਰੀਵੈਂਟ ਕਰਨ ਲਈ ਆਪਣੇ ਲਾਈਫਸਟਾਈਲ ਮੋਡੀਫਿਕੇਸ਼ਨ ਕਰ ਰਹੇ ਹਾਂ हैंड वॉश नहीं है अननेसेसरी टच नहीं करना डिस्टेंस मेंटेन करके रखना ठीक है सो इस फॉर्म ਦੇ ਵਿੱਚ ਕੀ ਹੈ ਕਿ ਪੇਸ਼ੈਂਟਸ ਨੇ ਡਿਊਰਿੰਗ ਟੂ ਦਾ ਐਨੀ ਡਿਸੀਜ਼ਿੰਗ ਪ੍ਰੋਸੈਸ ਦੇ ਵਿੱਚ ਕੀ ਆ ਹੈਂਡ ਵਾਸ਼ ਕਰਨੇ ਆ ਬਿਫੋਰ ਐਂਡ ਆਫਟਰ ਦਾ ਮੀਲ ਹੈ ਜਿਹੜਾ ਕੰਟੈਮੀਨੇਟਡ ਨਹੀਂ ਹੋਣਾ ਚਾਹੀਦਾ ਸਟਰੀਟ ਫੂਡ ਨੂੰ ਅਵੋਇਡ ਕਰਨਾ ਹੈ ਹੈਲਦੀ ਫੂਡ ਨੂੰ ਕੰਜ਼ਿਊਮ ਕਰਨਾ ਤਾਂ ਕਿ ਉਹ ਇਨਰ ਸਾਈਡਡ ਜਿਹੜੇ ਟੌਕਸਿਸਿਟੀ ਆ ਉਸ ਨੂੰ ਪ੍ਰੀਵੈਂਟ ਕਰ ਸਕਦਾ नेक्स्ट इज द प्रिवेंट एमोनिया टॉक्सिसिटी एंड हाइपोक्लेमिया एमोनिया टॉक्सिसिटीज ਕੀ ਹੈ ਕਿ ਬੋਡੀ ਦੇ ਵਿੱਚ ਜਿਵੇਂ ਕਿ ਆ ਪ੍ਰੋਟੀਨ ਦੀ ਕੰਪੋਜੀਸ਼ਨ ਨੂੰ ਇਨਹੈਂਸ ਕਰੇਗਾ ਤੇ ਐਮੋਨੀਅਮਸ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਹਾਇਰ ਹੋਏਗੀ ਔਰ ਕੀ ਹੈ ਪੋਟਾਸ਼ੀਅਮ ਦਾ ਲੈਵਲ ਹੈ ਜਿਹੜਾ ਡਿਕਰੀਜ਼ ਹੋਏਗਾ ਸੋ ਇਸ ਕਰਕੇ ਉਹਨੇ ਬੋਡੀ ਦੇ ਵਿੱਚ ਟੌਕਸਿਸਿਟੀ ਨੂੰ ਪ੍ਰੀਵੈਂਟ ਕਰਨ ਦੇ ਲਈ ਬੈਲੈਂਸ ਡਾਈਟ ਲੈਣੀ ਹੈ ਔਰ ਦੋਨਾਂ ਦਾ ਬੈਲੈਂਸ ਮੇਨਟੇਨ ਕਰਕੇ ਰੱਖਣਾ नेक्स्ट अवॉइड सेडेशंस जिद्दां कि पेशेंट्स ਨੂੰ विदाउट डॉक्टर कंसल्टेंट ने ਜਿਹੜੇ ਉਹ ਉਸ ਤੋਂ ਬਗੈਰ ਉਹਨੇ ਮੈਡੀਕੇਸ਼ਨਸ ਕੰਜ਼ਿਊਮ ਨਹੀਂ ਕਰਨੀ ਲਾਈਕ ਦੈਟ ਪੇਨ ਹੋਈ ਤਾਂ ਆਪਣੇ ਆਪ ਹੀ ਕੋਈ ਵੀ ਸੈਡੇਟਿਵ ਲੈ ਲੈਣਾ ਸੋ ਜਿਹਦੇ ਕਰਕੇ ਪੇਨਸ ਨੂੰ ਕੰਟਰੋਲ ਕਰਨਾ ਜਾਂ ਫਿਰ ਕਫਿੰਗ ਪ੍ਰੋਸੈਸ ਦੇ ਵਿੱਚ ਮੈਡੀਕੇਸ਼ਨ ਲੈ ਲੈਣੀ ਵਿਦਾउट ਡਾਕਟਰ ਕੰਸਲਟੈਂਟ प्रिवेंट कॉम्प्लिकेशंस ऑफ द इनएबिलिटी मींस की है कि बॉडी ਦੇ ਉੱਤੇ ਰਿਫਲੈਕਸਸ ਨੇ ਜਿਹੜੇ ਕਿ ਮੋਟਰ ਫੰਕਸ਼ਨਿੰਗ ਡਿਸਟਰਬ ਹੋਣ ਕਰਕੇ ਇਨਸੈਫਲੋਪੈਥੀ ਕਰਕੇ ਸੋ ਜਿਹੜੀਆਂ मोटर फंक्शनिंग डिस्टर्बेंस के नाल मसल ट्विस्टिंग आती है और इनएबिलिटी दे विच प्रॉब्लम आती है सो उसनू कंट्रोल करना थैंक यू स्टूडेंट्स